ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਬਹੁਤ ਗੁਣ ਸੁਣੇ ਤਾਂ ਇੱਕ ਸਿੱਖ ਦੇ ਅੰਦਰ ਕਹਿੰਦੇ ਨੇ ਬਹੁਤ ਤਾਂਘ ਪੈਦਾ ਹੋ ਗਈ ਦਰਸ਼ਨਾਂ ਦੀ। ਮਹਾਰਾਜ ਦਰਸ਼ਨ ਦਿਓ ਤਾਂ ਉਹਨੇ ਮਨ ਦੇ ਅੰਦਰ ਧਾਰ ਲਿਆ ਵੀ ਜਦੋਂ ਮੈਂ ਆਪਣਾ ਘਰ ਨਵਾਂ ਬਣਾਉਣਾ ਨਾ, ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਪਾਉਣੇ। ਉਦੋਂ ਕੱਚੇ ਘਰ ਛੰਨਾਂ ਤੋਂ ਬਾਅਦ ਮਿੱਟੀ ਦੇ ਬਣਨੇ ਸ਼ੁਰੂ ਹੋਏ ਸੀ, ਬਾਲੇ ਪਾ ਕੇ ਸਰਵਾੜ ਪਾ ਕੇ ਘਰ ਬਣਨਾ। ਤਾਂ ਉਹਨੇ ਉਹ ਘਰ ਬਣਾਇਆ ਬਹੁਤ ਸੋਹਣਾ। ਕਈ ਮਹੀਨਿਆਂ ਤੋਂ ਉਹਨੇ ਮਿੱਟੀ ਦੇ ਭਿੱਤ ਕੁੱਟ-ਕੁੱਟ ਕੇ ਮਿੱਟੀ ਨਾਲ ਉਹਨੇ ਉਹਦੇ ਘਰ ਵਾਲੀ ਨੇ ਨਾਲ ਲੱਗ ਕੇ ਘਰ ਤਿਆਰ ਕਰਦੇ ਰਹੇ। ਮਿਹਨਤ ਕਰਕੇ ਜਦੋਂ ਘਰ ਬਣਵਾਇਆ ਤਾਂ ਮਨ ਦੇ ਅੰਦਰ ਇੱਛਾ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨ ਪਾਉਣ, ਪਹਿਲਾਂ ਗੁਰੂ ਦੇ ਦਰਸ਼ਨ ਹੋਣ। ਜਦੋਂ ਘਰ ਤਿਆਰ ਹੋ ਗਿਆ ਉਨੀ ਦਿਨ ਰੱਖ ਲਿਆ ਵੀ ਚਲੋ ਨਗਰ ਦੇ ਹੋਰ ਗੁਰੂ ਦੇ ਸਿੱਖ ਸੀ, ਉਹਨੇ ਕਿਹਾ ਵੀ ਭਾਈ ਪਹਿਲਾਂ ਅਰਦਾਸ ਕਰੋ, ਗੁਰੂ ਦੀ ਬਾਣੀ ਦਾ ਕੀਰਤਨ ਕਰੋ, ਫਿਰ ਇਸ ਘਰ ਦੇ ਅੰਦਰ ਆਪਣਾ ਵਾਸਾ ਕਰਿਓ। ਉਹਨੇ ਕੀਰਤਨ ਵੀ ਰੱਖ ਲਿਆ, ਸੰਗਤ ਵੀ ਸੱਦ ਲਈ, ਲੰਗਰ ਵੀ ਤਿਆਰ ਕਰ ਲਏ। ਫਿਰ ਮਨ ਦੇ ਅੰਦਰ ਤਾਂਘ ਪੈਦਾ ਹੋਈ, ਮਨ ਦੀ ਇੱਛਾ ਸੀ ਗੁਰੂ ਦਰਸ਼ਨ ਦੇਣ, ਛੇਵੇਂ ਪਾਤਸ਼ਾਹ ਚਰਨ ਪਾਉਣ। ਤਾਂ ਮਨ ਦੇ ਅੰਦਰ ਇਸ ਤਰ੍ਹਾਂ ਇੱਛਾ ਰੱਖ ਕੇ ਬਹਿ ਗਿਆ, ਕਹਿੰਦਾ ਜਿੰਨੀ ਦੇਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨ ਨਹੀਂ ਪਾਉਂਦੇ ਉਨੀ ਦੇਰ ਘਰ ਵਿੱਚ ਸਮਾਨ ਨਹੀਂ ਰੱਖਣਾ। ਕੀਰਤਨ ਹੋਇਆ, ਲੰਗਰ ਤਿਆਰ ਹੋ ਗਿਆ। ਸਿੱਖ ਪੁੱਛਦੇ ਨੇ ਭਾਈ ਹੁਣ ਸਮਾਨ ਘਰ ਵਿੱਚ ਰਖਵਾ ਦਈਏ, ਭੋਗ ਪਾਈਏ? ਤਾਂ ਉਹਨੇ ਕਿਹਾ ਨਹੀਂ, ਜਿੰਨੀ ਦੇਰ ਛੇਵੇਂ ਪਾਤਸ਼ਾਹ ਚਰਨ ਨਹੀਂ ਪਾਉਂਦੇ, ਉਹ ਦਰਸ਼ਨ ਦੇਣਗੇ ਤਾਂ ਫਿਰ ਇਸ ਘਰ ਵਿੱਚ ਅਸੀਂ ਵਸਣਾ। ਕਈਆਂ ਨੇ ਪੁੱਛਿਆ ਵੀ ਤੂੰ ਸੁਨੇਹਾ ਦਿੱਤਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਤੈਨੂੰ ਮਿਲੇ ਸੀ, ਤੂੰ ਕਹਿ ਕੇ ਆਇਆ? ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੂੰ ਸੱਦਿਆ ਹੋਇਆ ਹੈ ਫਿਰ ਅਸੀਂ ਹੋਰ ਉਡੀਕ ਕਰ ਲੈਂਦੇ 2 ਘੜੀਆਂ। ਤਾਂ ਉਹਨੇ ਕਿਹਾ ਨਹੀਂ, ਸੱਦਿਆ ਨਹੀਂ ਹੈ, ਮੇਰੇ ਅੰਦਰ ਇੱਛਾ ਵਿਸ਼ਵਾਸ ਹੈ, ਗੁਰੂ ਅੰਤਰਜਾਮੀ ਹੈ, ਉਹ ਜ਼ਰੂਰ ਆਉਣਗੇ। ਤਾਂ ਕਈ ਬੰਦੇ ਫਿਰ ਕਹਿਣ ਲੱਗ ਪਏ ਬੰਦਾ ਮੂਰਖ ਹੈ, ਦੇਖੋ ਜੀ ਬਿਨਾਂ ਸੱਦੇ ਤੋਂ ਕਿਵੇਂ ਗੁਰੂ ਸਾਹਿਬ ਆ ਜਾਣਗੇ, ਜਦੋਂ ਉਹਨਾਂ ਨੂੰ ਸੱਦਿਆ ਹੀ ਨਹੀਂ ਹੈ, ਉਹ ਕੀ ਪਤਾ ਇਸ ਵਕਤ ਕਿੱਥੇ ਹੋਣ। ਦੋਵੇਂ ਮੀਆਂ ਬੀਬੀ ਪੂਰਾ ਵਿਸ਼ਵਾਸ ਰੱਖ ਕੇ ਬਹਿ ਗਏ। ਸਿੱਖਾਂ ਨੂੰ ਕਹਿ ਦਿੱਤਾ ਭਾਈ ਕੀਰਤਨ ਦਾ ਭੋਗ ਪਾ ਦਿਓ, ਲੰਗਰ ਛਕਾ ਦਿਓ, ਸਾਰੇ ਨਗਰ ਨੂੰ ਭੋਜਨ ਪ੍ਰਸ਼ਾਦਾ ਛਕਾ ਦਿੱਤਾ। ਕੀਰਤਨ ਸਮਾਪਤ ਹੋ ਗਿਆ, ਲੰਗਰ ਪ੍ਰਸ਼ਾਦਾ ਛਕ ਲਿਆ, ਸਭ ਵਧਾਈਆਂ ਦੇ ਕੇ ਫਿਰ ਚਲੇ ਗਏ। ਕੋਈ ਗੱਲ ਕਹਿੰਦੇ ਚੰਗਾ ਭਾਈ ਪ੍ਰੇਮਿਆ ਫਿਰ ਅਸੀਂ ਚੱਲਦੇ ਹਾਂ। ਕਈ ਬੰਦੇ ਅੱਗੇ ਪਿੱਛੇ ਜਾ ਕੇ ਕਹਿਣ ਮੂਰਖ ਬੰਦਾ, ਬਿਨਾਂ ਸੱਦੇ ਤੋਂ ਗੁਰੂ ਸਾਹਿਬ ਕਿਵੇਂ ਆ ਜਾਣਗੇ। ਪੁਰਾਣੇ ਘਰ ਤੋਂ ਸਮਾਨ ਢੋਕ ਕੇ ਬਾਹਰ ਰੱਖ ਲਿਆ, ਸਿਰਫ ਘਰ ਵਿੱਚ ਰੱਖਣਾ ਸੀ, ਰੱਖਣ ਤੋਂ ਰੁਕ ਗਿਆ। ਗੁਰੂ ਦੇ ਦਰਸ਼ਨ ਹੋਣ ਤਾਂ ਰੱਖਣਾ। ਕਹਿੰਦੇ ਦੁਪਹਿਰ ਲੰਘ ਗਈ, ਸ਼ਾਮ ਲੰਘ ਗਈ, ਗਰਮੀਆਂ ਦੇ ਦਿਨ ਸਨ, ਦਿਨ ਢਲਣ ਲੱਗ ਪਿਆ। ਕਈ ਬੰਦੇ ਆ ਕੇ ਕਿਹਾ ਵੀ ਮੂਰਖਮਤੀ ਨਾ ਕਰ ਭਾਈ ਪ੍ਰੇਮੇ, ਜਦੋਂ ਮਹਾਰਾਜ ਨੂੰ ਸੱਦਿਆ ਨਹੀਂ, ਕੀ ਪਤਾ ਉਹ ਕਿੱਥੇ ਹੋਣਗੇ, ਐਂ ਥੋੜ੍ਹੀ ਤੇਰੇ ਘਰ ਆ ਜਾਣਗੇ। ਉਹਨੇ ਕਿਹਾ ਨਹੀਂ, ਨਾਲੇ ਮੈਂ ਰੋਜ਼ ਪੜ੍ਹਦਾ ਕਿ ਘੱਟ ਘੱਟ ਕੇ ਪਟ ਪਟ ਕੀ ਜਾਂਦਾ, ਜੇ ਉਹ ਗੁਰੂ ਅੰਤਰਜਾਮੀ ਹੈ ਤਾਂ ਜ਼ਰੂਰ ਆਉਣਗੇ। ਨਾਲੇ ਪੜ੍ਹੀ ਦਾ ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਸਮਝਾਉਣ ਵਾਲੇ ਚਲੇ ਗਏ। ਇੰਨੇ ਨੂੰ ਸੂਰਜ ਢਲਦੇ ਅਨੁਸਾਰ ਹਵਾ ਚੱਲੀ, ਬੱਦਲ ਫੈਲ ਗਿਆ, ਬਰੀਕ ਕਣੀਆਂ ਦਾ ਮੀਂਹ ਡਿੱਗਣ ਲੱਗ ਪਿਆ। ਹੁਣ ਤਾਂ ਪਿੰਡ ਵਾਲੇ ਆ ਕੇ ਕਹਿੰਦੇ ਨੇ ਪ੍ਰੇਮਿਆ ਤੇਰਾ ਸਮਾਨ ਮੀਂਹ ਵਿੱਚ ਭਿੱਜ ਚੱਲਿਆ, ਥੋੜ੍ਹੀ ਬਹੁਤੀ ਅਕਲ ਕਰ, ਸਮਾਨ ਚੁੱਕ ਅੰਦਰ ਰੱਖ, ਤੇਰਾ ਸਮਾਨ ਨਵੇਂ ਘਰ ਵਿੱਚ ਰੱਖ ਦਈਏ। ਉਹਨੇ ਇੱਕੋ ਗੱਲ ਕਹੀ, ਗੁਰੂ ਸਾਹਿਬ ਆਉਣਗੇ ਤਾਂ ਸਮਾਨ ਰੱਖਾਂਗੇ, ਨਹੀਂ ਤਾਂ ਇਸ ਘਰ ਵਿੱਚ ਚਰਨ ਅਸੀਂ ਨਹੀਂ ਪਾ ਸਕਦੇ, ਅਸੀਂ ਨਹੀਂ ਰਹਿ ਸਕਦੇ ਜਿੰਨੀ ਦੇਰ ਗੁਰੂ ਸਾਹਿਬ ਦਰਸ਼ਨ ਨਹੀਂ ਦਿੰਦੇ। ਵਿਸ਼ਵਾਸ ਤੇ ਪ੍ਰੇਮ, ਕਿਉਂਕਿ ਜਿਨ੍ਹਾਂ ਦੇ ਅੰਦਰ ਰਾਧਣ ਜਿਹੜੇ ਜਪਦੇ ਨੇ ਉਹਨਾਂ ਦੇ ਅੰਦਰ ਫਿਰ ਲਾਲਸਾ ਵੀ ਜਾਗਦੀ, ਦਰਸ਼ਨ ਵੀ ਕਰੀਏ। ਜਦੋਂ ਤੁਸੀਂ ਬਾਣੀ ਪੜ੍ਹਨ ਲੱਗ ਜਾਓ, ਨਾਮ ਜਪਣ ਲੱਗ ਜਾਓ, ਤੁਹਾਡੀ ਇੱਛਾ ਜਾਗੇਗੀ ਮਹਾਰਾਜ ਦਾ ਪਾਠ ਘਰ ਵਿੱਚ ਕਰਾਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਘਰ ਵਿੱਚ ਪਵਾਈਏ। ਫਿਰ ਤੁਹਾਡੇ ਅੰਦਰ ਇੱਛਾ ਪੈਦਾ ਹੋਏਗੀ, ਪਹਿਲਾਂ ਨਹੀਂ ਹੁੰਦੀ। ਨਹੀਂ ਤਾਂ 20-20 ਸਾਲ ਹੋ ਗਏ, ਕਦੇ ਲੋਕਾਂ ਦੇ ਮਨ ਅੰਦਰ ਇੱਛਾ ਹੀ ਨਹੀਂ ਜਾਗੀ ਵੀ ਮਹਾਰਾਜ ਦੀ ਬਾਣੀ ਦਾ ਪਾਠ ਕਰਾਈਏ, ਘਰ ਵਿੱਚ ਗੁਰੂ ਸਾਹਿਬ ਦੇ ਚਰਨ ਪੈਣ। ਜਦੋਂ ਤੁਸੀਂ ਪਿਆਰ ਕਰਨ ਲੱਗ ਜਾਓਗੇ ਫਿਰ ਇੱਛਾ ਜਾਗੇਗੀ, ਇੱਛਾ ਜਾਗੇਗੀ, ਗੁਰੂ ਸਾਹਿਬ ਆਪਣੇ ਆਪ ਫਿਰ ਉਹ ਰਸਤਾ ਬਣਾ ਦਿੰਦੇ।
ਅੱਜ ਜਦੋਂ ਸਿੱਖ ਦੇ ਮਨ 'ਚ ਇੰਨੀ ਇੱਛਾ ਜਾਗ ਗਈ, ਬਾਰਿਸ਼ ਸ਼ੁਰੂ ਹੋ ਗਈ, ਕਿਣੀਆਂ ਡਿੱਗਣ ਲੱਗ ਪਈਆਂ, ਮੀਂਹ ਵਿੱਚ ਉਹ ਸਮਾਨ ਉਹਦਾ ਘਰ ਦਾ ਭਿੱਜਣ ਲੱਗ ਪਿਆ। ਇੱਕ ਪਾਸੇ ਆਕਾਸ਼ ਵਿੱਚੋਂ ਕਿਣੀਆਂ ਡਿੱਗਦੀਆਂ ਨੇ, ਦੂਜਾ ਦੋਵਾਂ ਮੀਆਂ ਬੀਬੀ ਦੇ ਅੱਖਾਂ ਵਿੱਚੋਂ ਹੰਝੂ, ਵਿਰਾਗ ਦੇ ਉਹ ਹੰਝੂ, ਵਿਰਾਗ ਦਾ ਪਾਣੀ ਅੱਖਾਂ ਚੋਂ ਨਿਕਲਦੇ। ਇੰਨੇ ਨੂੰ ਹੈਰਾਨੀ ਦੀ ਹੱਦ ਨਾ ਰਹੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਸਵਾਰ ਪਾਤਸ਼ਾਹ ਦੇ ਨਾਲ 30, 35, 40 ਸਿੱਖ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਨਗਰ ਵਿੱਚ ਪ੍ਰਵੇਸ਼ ਕਰ ਗਏ। ਸਿੱਧੇ ਆ ਕੇ ਪਾਤਸ਼ਾਹ ਉਸੇ ਦੇ ਘਰ ਅੱਗੇ ਰੁਕੇ, ਘੋੜੇ ਤੋਂ ਉਤਰ ਕੇ ਮੋਢਾ ਹਿਲਾ ਕੇ ਉਹਦੀ ਬਾਂਹ ਪਕੜ ਕੇ ਕਹਿੰਦੇ ਨੇ, ਉੱਠ ਪ੍ਰੇਮਿਆ, ਚੱਲ ਬਈ ਤੇਰੇ ਘਰ ਵਿੱਚ ਚਰਨ ਪਾਈਏ। ਬਸ ਹੈਰਾਨੀ ਦੀ ਹੱਦ ਨਾ ਰਹੀ। ਵੇਖ ਕੇ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਰੌਲਾ ਪੈ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਗਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਗਏ, ਨਗਰ ਇਕੱਠਾ ਹੋ ਗਿਆ। ਪਾਤਸ਼ਾਹ ਨੇ ਕਿਹਾ, ਭਾਈ ਸੰਗਤ ਨੂੰ ਸਾਰੇ ਜਣੇ ਪਹਿਲਾਂ ਸਮਾਨ ਪ੍ਰੇਮੇ ਦਾ ਉਹਦੇ ਘਰ 'ਚ ਰੱਖੋ। ਸਮਾਨ ਉਹਦੇ ਘਰ ਦੇ ਅੰਦਰ ਰੱਖਿਆ। ਪਾਤਸ਼ਾਹ ਨੇ ਉੱਥੇ ਬਹਿ ਕੇ, ਸਮਾਂ ਹੋਇਆ, ਕੀਰਤਨ ਹੋਇਆ, ਰਾਤ ਪਈ, ਗੁਰੂ ਕੇ ਲੰਗਰ ਛਕੇ। ਸਵੇਰੇ ਚੱਲਣ ਲੱਗਿਆਂ ਪਾਤਸ਼ਾਹ ਨੇ ਬਚਨ ਕਹੇ, ਪ੍ਰੇਮਿਆ, ਇਸ ਧਰਤੀ ਉੱਤੇ ਲੋਕਾਂ ਦੇ ਮਹਿਲ ਬਣਨਗੇ, ਘਰ ਬਣਨਗੇ, ਕੋਈ ਹਵੇਲੀਆਂ ਦਾ ਮਾਲਕ ਹੋਏਗਾ, ਕੋਈ ਮਹਿਲਾਂ ਦਾ ਮਾਲਕ ਹੋਏਗਾ, ਪਰ ਪ੍ਰੇਮਿਆ ਤੇਰੇ ਘਰ ਵਰਗਾ ਕਿਸੇ ਦਾ ਘਰ ਨਹੀਂ ਹੋਏਗਾ। ਕਿਉਂ? ਤੇਰੇ ਘਰ ਵਿੱਚ ਗੁਰੂ ਨੇ ਚਰਨ ਪਾ ਦਿੱਤੇ। ਉਹ ਘਰ ਕੱਲਾ ਬਾਹਰ ਦਾ ਨਹੀਂ, ਹਿਰਦੇ ਦਾ ਘਰ ਵੀ। ਘਰ ਸੁਖ ਵਸਿਆ ਵਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਅੱਜ ਪਾਤਸ਼ਾਹ ਦਾ ਉਹ ਅਸਥਾਨ ਬਹੁਤ ਸੁੰਦਰ ਬਣਿਆ ਹੋਇਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ, ਭਾਈ ਤੂੰ ਉਹਨੂੰ ਸਿਮਰ, ਫਿਰ ਅੰਦਰ ਤੇਰੇ ਇੱਛਾ ਪੈਦਾ ਹੋਏਗੀ। ਕਾਹਦੀ? ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਜਿਵੇਂ ਪਾਣੀ ਦੀ ਪਿਆਸ ਲੱਗਦੀ, ਏਦਾਂ ਦਰਸ਼ਨਾਂ ਦੀ ਪਿਆਸ ਹੋਏਗੀ। ਫਿਰ ਅਰਦਾਸ ਪੈਦਾ ਹੋਏਗੀ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪੈਓ ਦਰਸ਼ਨ ਦੇਖੇ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਫਿਰ ਪਾਤਸ਼ਾਹ ਨੇ ਬਚਨ ਕਹਿ ਅਖੀਰ ਤੇ ਕਹਿੰਦੇ, ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਭਾਈ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਬਖਸ਼ਿਸ਼ ਕੀਤੀ, ਚੇਤ ਦੇ ਮਹੀਨੇ ਆਪਣਾ ਮਿਲਾਪ ਬਖਸ਼ਿਆ, ਆਪਣਾ ਨਾਮ ਬਖਸ਼ਿਆ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਗਏ, ਉਹ ਸਤਿਕਾਰਯੋਗ ਹੋ ਗਏ, ਪੂਜਾ